ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲ ਪਹਿਲਾ। ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ। ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ। ਲਿਖ ਨਾਮ ਸਾਲਾਹ ਲਿਖ, ਲਿਖ ਅੰਤ ਨ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨੀਸਾਨ। ਰਹਾਉ ਜਿੱਥੈ ਮਿਲਹਿ ਵਡਿਆਈਆਂ, ਸਦ ਖੁਸ਼ੀਆਂ ਸਦ ਚਾਉ। ਤਿੰਨ ਮੁਖ ਟਿੱਕੇ ਨਿਕਲਹਿ, ਜਿਨ ਮਨ ਸੱਚਾ ਨਾਉ। ਕਰਮ ਮਿਲੈ ਤਾਂ ਪਾਈਐ, ਨਾਹੀ ਗੱਲੀ ਵਾਉ ਦੁਆਉ। ਇਕ ਆਵਹਿ ਇਕ ਜਾਹੇ, ਉਠ ਰਖੀਐ ਨਾਵ ਸਲਾਰ। ਇਕ ਉਪਾਏ ਮੰਗ ਤੇ, ਇਕ ਨ ਵੱਡੇ ਦਰਬਾਰ। ਅੱਗੇ ਗਿਆ ਜਾਣੀਐ, ਵਿਣ ਨਾਵੈ ਬੇਕਾਰ। ਭੈ ਤੇਰੇ ਡਰ ਅਗਲਾ, ਖਪ ਖਪ ਸਿਜੈ ਦੇਹ। ਨਾਵ ਜਿਨ੍ਹਾਂ ਸੁਲਤਾਨ ਖਾਨ, ਹੁੰਦੇ ਡਿਠੇ ਖੇਹ। ਨਾਨਕ ਉੱਠੀ ਚੱਲਿਆ, ਸਭ ਕੂੜੇ ਟੁੱਟੇ ਨੇਹ। ਸ੍ਰੀ ਰਾਗ ਮਹੱਲਾ ਪਹਿਲਾ। ਸਭ ਰਸ ਮਿੱਠੇ ਮੰਨਿਐ, ਸੁਣਿਐ ਸਾਹ ਲਾਉਣੇ। ਖਟ ਤੁਰਸੀ ਮੁਖ ਬੋਲਣਾ, ਮਾਰਨ ਨਾਦ ਕੀਏ। ਛਤਿਹੀ ਅੰਮ੍ਰਿਤ ਭਾਉ ਏਕ, ਜਾ ਕਉ ਨਦਰ ਕਰੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ। ਮਨ ਮਹਿ ਚਲਹਿ ਬੇਕਾਰ। ਰਹਾਉ ਰੱਤਾ ਪਹਿਨਣ ਮਨ ਰੱਤਾ, ਸੋ ਪੇਦੀ ਸਤ ਦਾਨ। ਨੀਲੀ ਸਿਆਹੀ ਕਦਾ ਕਰਨੀ, ਪਹਿਰਣ ਪੈਰ ਧਿਆਨ। ਕਰਮ ਬੰਧ ਸੰਤੋਖ ਕਾ, ਧਨ ਜੋਬਨ ਤੇਰਾ ਨਾਮ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਬਹਿਧੈ ਤਨ ਪੀੜੀਐ। ਮਨ ਮਹਿ ਚਲਹਿ ਬੇਕਾਰ। ਰਹਾਉ ਘੋੜੇ ਪਾਖਰ ਸੋਇਨੇ ਸਾਖਤ, ਬੂਝਣ ਤੇਰੀ ਬਾਟ। ਤਰਕਸ ਤੀਰ ਕਮਾਨ ਸਾਂਗ, ਤੇਗ ਬੰਧ ਗੁਣ ਧਾਤ। ਬਾਜਾ ਨੇਜਾ ਪਤ ਸਿਉ ਪ੍ਰਗਟ, ਕਰਮ ਤੇਰਾ ਮੇਰੀ ਜਾਤ। ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ, ਜਿਤ ਚੜ੍ਹਿਐ ਤਨ ਪੀੜੀਐ। ਮਨ ਮਹਿ ਚਲਹਿ ਬੇਕਾਰ। ਰਹਾਉ ਘਰ ਮੰਦਰ ਖੁਸ਼ੀ ਨਾਮ ਕੀ, ਨਦਰ ਤੇਰੀ ਪਰਵਾਰ। ਹੁਕਮ ਸੋਈ ਤੁਧ ਭਾਵਸੀ, ਹੋਰ ਆਖਣ ਬਹੁਤ ਅਪਾਰ। ਨਾਨਕ ਸੱਚਾ ਪਾਤਸ਼ਾਹ, ਪੂਛ ਨਾ ਕਰੈ ਵਿਚਾਰ। ਬਾਬਾ ਹੋਰ ਸੌਣਾ ਖੁਸ਼ੀ ਖੁਆਰ, ਜਿਤ ਸੁਤੈ ਤਨ ਪੀੜੀਐ। ਮਨ ਮਹਿ ਚਲਹਿ ਬੇਕਾਰ। ਬਾਬਾ ਹੋਰ ਸੌਣਾ ਖੁਸ਼ੀ ਖੁਆਰ, ਜਿਤ ਸੁਤੈ ਤਨ ਪੀੜੀਐ। ਮਨ ਮਹਿ ਚਲਹਿ ਬੇਕਾਰ।
ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਧ ਸੰਗਤ ਜੀਓ, ਅੱਜ ਆਪ ਜੀ ਨੇ 16ਵੇਂ ਅੰਗ ਦਾ ਪਾਠ ਸਰਵਣ ਕੀਤਾ ਹੈ। ਆਪਾਂ ਇਹ ਵਿਚਾਰ ਆਰੰਭ ਕੀਤੀ ਹੈ ਕਿ ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਮਨੋਰਥ ਇਹੀ ਹੈ ਵੀ ਸਾਡਾ ਜਿਹੜਾ ਜੀਵਨ ਹੈ ਇਹ ਸਫਲਤਾ ਦੇ ਰਾਸਤੇ ਪੈ ਜਾਵੇ, ਗਿਆਨ ਅਗਿਆਨ ਦੀ ਸੋਝੀ ਆ ਜਾਵੇ। ਜਦੋਂ ਗਿਆਨ ਅਗਿਆਨ ਦੀ ਸੋਝੀ ਆਉਂਦੀ ਹੈ ਫਿਰ ਅਸੀਂ ਗਿਆਨ ਦੇ ਵਿੱਚੋਂ ਜਿਹੜਾ ਗਿਆਨ ਪ੍ਰਗਟ ਹੁੰਦਾ ਹੈ, ਕਿਉਂਕਿ ਗਿਆਨ ਜਿਹੜਾ ਨਾਨਾ ਪ੍ਰਕਾਰ ਦਾ ਗਿਆਨ ਹੈ। ਸਰੀਰ ਦਾ ਗਿਆਨ ਹੈ, ਕੁਦਰਤ ਦਾ ਗਿਆਨ ਹੈ, ਆਤਮਾ ਦਾ ਗਿਆਨ ਹੈ ਤੇ ਪ੍ਰਭ ਜੀ ਦਾ ਗਿਆਨ ਹੈ। ਅਨੇਕਾਂ ਪ੍ਰਕਾਰ ਦੇ ਗਿਆਨ ਦੇ ਵਿੱਚੋਂ ਫਿਰ ਜਿੰਨੀ ਕੁ ਜੀਵ ਨੂੰ ਲੋੜ ਹੈ ਉਹ ਗਿਆਨ ਦੇ ਅਨੁਸਾਰ ਜੀਵਨ ਬਤੀਤ ਕਰਦਾ ਹੈ। ਜਿਵੇਂ ਕੁਦਰਤ ਦੇ ਵਿੱਚ ਨਾਨਾ ਪ੍ਰਕਾਰ ਦੇ ਜਿਹੜੇ ਕਾਰਜ ਆਪਾਂ ਕਰਦੇ ਹਾਂ, ਅਨੇਕਾਂ ਪ੍ਰਕਾਰ ਦਾ ਸਾਨੂੰ ਗਿਆਨ ਹਾਸਲ ਕਰਨਾ ਪੈਂਦਾ। ਜਿਵੇਂ ਕਹਿ ਲਓ ਖੇਤੀਬਾੜੀ ਸੰਬੰਧੀ ਹੋ ਗਿਆ, ਪਾਣੀਆਂ ਸੰਬੰਧੀ ਹੋ ਗਿਆ, ਖਾਣ ਪੀਣ ਉਹਦੇ ਸੰਬੰਧ ਵਿੱਚ ਗਿਆਨ ਉਹ ਵੱਖਰਾ ਹੈ। ਵਿਗਿਆਨ ਦਾ ਗਿਆਨ ਹੈ, ਜਿਹੜਾ ਵਿਗਿਆਨ ਹੈ ਉਹ ਵੱਖਰਾ ਹੈ। ਫਿਰ ਕਿੰਨੇ ਹੀ ਸੰਸਾਰ ਦੇ ਵਿੱਚ ਜਿਹੜੇ ਕਾਰਜ ਚੱਲਦੇ ਨੇ ਜਿਨ੍ਹਾਂ ਦੁਆਰਾ ਅਸੀਂ ਕਿਰਤ ਕਰਦੇ ਹਾਂ, ਧਨ ਪਦਾਰਥ ਇਕੱਤਰ ਕਰਕੇ ਆਪਣੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਦੇ ਹਾਂ। ਇਹ ਨਾਨਾ ਪ੍ਰਕਾਰ ਦਾ, ਅਨੇਕਾਂ ਪ੍ਰਕਾਰ ਦਾ ਗਿਆਨ ਹੈ। ਜਿੱਥੇ ਆਪਾਂ ਸੰਸਾਰੀ ਗਿਆਨ ਹਾਸਲ ਕਰਦੇ ਹਾਂ, ਸੰਸਾਰੀ ਗਿਆਨ ਨੂੰ ਹਾਸਲ ਕਰਨ ਵਾਸਤੇ ਜਿਹੜੇ ਜੀਵਨ ਦੇ ਆਮ ਆਪਾਂ ਵੇਖਦੇ ਹਾਂ ਵੀ ਬੱਚੇ 20-25 ਸਾਲ ਦਾ ਸਮਾਂ ਜਿਹੜਾ ਜੀਵਨ ਦਾ ਲਾਉਂਦੇ ਨੇ ਬਚਪਨ ਤੋਂ ਇਲਾਵਾ, ਉਹ ਸੰਸਾਰੀ ਗਿਆਨ ਨੂੰ ਹਾਸਲ ਕਰਨ ਵਾਸਤੇ 20-25 ਸਾਲ ਦਾ ਸਮਾਂ ਜਿਹੜਾ ਆਪਾਂ ਉਹ ਲਾਉਂਦੇ ਹਾਂ। ਉਸ ਤੋਂ ਬਾਅਦ ਉਹਦੀਆਂ ਪੜ੍ਹਾਈਆਂ ਨੇ ਜਿਹੜੀਆਂ ਉਹ ਅੱਗੇ ਦੀ ਅੱਗੇ ਚੱਲੀਆਂ ਜਾਂਦੀਆਂ ਨੇ। ਸੋ ਇਸ ਗਿਆਨ ਨੂੰ ਵੀ ਆਪਾਂ ਸਿੱਖਣਾ ਹੈ, ਇਹ ਵੀ ਜ਼ਰੂਰੀ ਹੈ। ਦੁਨਿਆਵੀ ਗਿਆਨ, ਦੁਨੀਆ ਦਾ ਗਿਆਨ, ਇਹਦੇ ਵਿੱਚੋਂ ਆਤਮਿਕ ਜੀਵਨ ਦਾ ਜਿਹੜਾ ਗਿਆਨ ਹੈ ਉਹ ਵੀ ਬੜਾ ਜ਼ਰੂਰੀ ਹੈ। ਸੋ ਅੱਜ ਆਪਾਂ ਸੰਖੇਪ ਦੇ ਵਿੱਚ ਵਿਚਾਰ ਕਰਾਂਗੇ ਕਿ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨ ਮਹਿ ਚੱਲਹਿ ਬੇਕਾਰ। ਜਿੱਥੇ ਖਾਣ ਦੀ ਗੱਲ ਆਉਂਦੀ ਹੈ ਉੱਥੇ ਇੱਕ ਤਾਂ ਸਾਧ ਸੰਗਤ ਜਿਹੜੀ ਨਿੱਜੀ ਵਿਚਾਰ ਹੈ, ਆਪਾਂ ਨਿਤਾ ਪ੍ਰਤੀ ਦਾ ਭੋਜਨ ਛਕਦੇ ਹਾਂ, ਸਵੇਰ ਦਾ, ਦੁਪਹਿਰ ਦਾ, ਸ਼ਾਮ ਦਾ, ਉਹਦੇ ਵਿੱਚ ਖਿਆਲ ਕਰਨਾ ਵੀ ਬਹੁਤੇ ਮਸਾਲੇਦਾਰ ਜਿਹੜੇ ਖਾਣੇ ਆਪਾਂ ਉਹ ਨਹੀਂ ਖਾਣੇ। ਪਹਿਲੀ ਗੱਲ ਇਹ ਹੈ, ਦੇਖੋ ਗਿਆਨ ਆਪਾਂ ਇੱਥੋਂ ਸ਼ੁਰੂਆਤ ਕਰਦੇ ਹਾਂ ਜੀਵਨ ਦੀ। ਇਹ ਕਿਉਂ ਜ਼ਰੂਰੀ ਹੈ? ਬਹੁਤੀਆਂ ਤਲੀਆਂ ਹੋਈਆਂ
ਤਲੇ ਹੋਏ ਪਦਾਰਥਾਂ ਦਾ ਸੇਵਨ ਨਹੀਂ ਕਰਨਾ। ਇਹਨਾਂ ਦਾ ਨਤੀਜਾ ਕੀ ਹੋਇਆ ਸਾਧ ਸੰਗਤ ਜੀ? ਦੇਖੋ, ਜਿਉਂ-ਜਿਉਂ ਇਨਸਾਨ ਤਰੱਕੀ ਕਰਦਾ ਗਿਆ, ਸਵਾਦਲੇ ਖਾਣੇ ਤੋਂ ਅਨੇਕਾਂ ਪ੍ਰਕਾਰ ਦੇ ਖਾਣੇ ਬਣ ਗਏ, ਤਿਉਂ-ਤਿਉਂ ਸਾਧ ਸੰਗਤ ਜੀ ਹਸਪਤਾਲਾਂ ਦੀ ਵੀ ਗਿਣਤੀ ਜਿਹੜੀ ਉਹ ਵੱਧਦੀ ਗਈ। ਜਿਉਂ-ਜਿਉਂ ਸਾਡੇ ਭੋਜਨ ਦੀਆਂ ਕਿਸਮਾਂ ਵੱਧਦੀਆਂ ਗਈਆਂ ਖਾਣ ਦੀਆਂ, ਤਿਉਂ-ਤਿਉਂ ਹੀ ਹਸਪਤਾਲਾਂ ਦੀ ਜਿਹੜੀ ਗਿਣਤੀ ਆ ਉਹ ਵੱਧਦੀ ਗਈ। ਆਪ ਜੀ ਪਿਛਲੇ ਸਮੇਂ 'ਚ ਦੇਖੋ, 50 ਸਾਲ ਪਿੱਛੇ ਚਲੇ ਜਾਓ, ਉਦੋਂ ਦਾ ਜਦੋਂ ਆਪ ਜੀ ਦੇਖੋਗੇ, ਇਤਿਹਾਸ ਵਿਚਾਰੋਗੇ, ਜਿਨ੍ਹਾਂ ਨੇ ਦੇਖਿਆ, ਉਦੋਂ ਹਸਪਤਾਲ ਕਿੰਨੇ ਕੁ ਹੁੰਦੇ ਸੀ ਅਤੇ ਅੱਜ ਕਿੰਨੇ ਹੋਏ ਪਏ ਨੇ, ਆਉਣ ਵਾਲੇ ਸਮੇਂ 'ਚ ਕਿੰਨੇ ਹੋਣਗੇ। ਇਹਨਾਂ ਦਾ ਮੁੱਖ ਕਾਰਨ ਇਹੀ ਹੋਇਆ, ਜਿਹੜਾ ਖਾਣ ਦੇ ਸੰਬੰਧੀ ਸੀ ਸਾਧ ਸੰਗਤ ਜੀ, ਇਹਦੇ 'ਤੇ ਵੀ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਕਿਰਤ ਵੱਲ ਬਹੁਤਾ ਜ਼ੋਰ ਰਿਹਾ। ਜਿਹੜਾ ਖਾਣ ਪਾਣ ਦਾ ਪ੍ਰਬੰਧ ਸੀ ਸਾਧ ਸੰਗਤ ਜੀ, ਉਹਦੇ 'ਤੇ ਧਿਆਨ ਨਹੀਂ ਦਿੱਤਾ ਗਿਆ। ਸੋ ਇਹ ਵੀ ਇੱਕ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਆ ਮਨ ਮਹਿ ਚਲੇ ਬਗੈਰ। ਜਦੋਂ ਤਨ ਨੂੰ ਤਕਲੀਫ ਹੋਈ, ਤਨ ਦੀ ਤਕਲੀਫ ਦੇ ਨਾਲ ਮਨ ਨੂੰ ਵੀ ਤਕਲੀਫ ਹੋਈ, ਵਿਚਾਰਾਂ ਬਦਲੀ ਹੋ ਗਈਆਂ, ਤਕਲੀਫ ਚਲਿਆ ਗਿਆ। ਇੱਕ ਤਾਂ ਇਹ ਆਪਾਂ ਜਿਹੜੇ ਖਾਣੇ ਖਾਂਦੇ ਆ, ਇਹਦਾ ਧਿਆਨ ਰੱਖੋ ਵੀ ਮਠਿਆਈਆਂ ਇਹ ਨਾ ਖਾਵੋ, ਕਿਉਂਕਿ ਆਪਾਂ ਨੂੰ ਇਹ ਪਤਾ ਨਹੀਂ ਵੀ ਮਠਿਆਈ ਕਦੋਂ ਦੀ ਬਣੀ ਹੈ ਅਤੇ ਕਾਹਦੇ ਨਾਲ, ਕੈਮੀਕਲਾਂ ਦੇ ਨਾਲ ਤਿਆਰ ਹੋਈ ਹੈ, ਕੀ ਇਹਦੇ ਵਿੱਚ ਪਾਇਆ ਕੀ ਨਹੀਂ। ਸੋ ਇਹਦਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਰੱਖਣਾ ਸਰੀਰ ਦੇ ਖਾਣੇ ਦਾ, ਇਹ ਬਹੁਤ ਹੀ ਸਾਡੇ ਵਾਸਤੇ ਜਿਹੜਾ ਬਹੁਤ ਹੀ ਜ਼ਰੂਰੀ ਹੈ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ 100 ਸਾਲ, 150 ਸਾਲ ਦੀ ਆਰਜ਼ੂ, ਬਹੁਤ ਲੰਮੀ ਆਰਜ਼ੂ ਹੁੰਦੀ ਸੀ। ਜਿਉਂ-ਜਿਉਂ ਖਾਣਿਆਂ ਦੇ ਸਵਾਦ ਵੱਧਦੇ ਗਏ, ਤਿਉਂ-ਤਿਉਂ ਆਰਜ਼ੂ ਵੀ ਜਿਹੜੀ ਮਨੁੱਖ ਦੀ ਘਟਦੀ ਗਈ। ਅਤੇ ਇਹ ਖਾਣ ਦਾ ਵੀ ਜਿਹੜਾ ਸਾਡੇ ਉੱਤੇ ਬਹੁਤ ਅਸਰ ਪੈਂਦਾ ਹੈ। ਸੋ ਦੂਸਰਾ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਮਨ ਦਾ ਭੋਜਨ ਗਿਆਨ ਹੈ। ਜਿਹੜਾ ਗਿਆਨ ਦਾ ਭੋਜਨ ਆ, ਇਹ ਆਪਾਂ ਧਿਆਨ ਰੱਖਣਾ ਵੀ ਜਿਹੜਾ ਗਿਆਨ ਆਪਾਂ ਸਰਵਣ ਕਰਦੇ ਹਾਂ, ਇਹ ਸਾਨੂੰ ਕਿਸੇ ਸਰੀਰ ਦੇ ਨਾਲ ਨਾ ਜੋੜੇ। ਆਪਾਂ ਖਿਆਲ ਰੱਖਣਾ ਵੀ ਜਿਹੜਾ ਗਿਆਨ ਆਪਾਂ ਸਰਵਣ ਕਰਦੇ ਹਾਂ, ਕਿਸੇ ਸਰੀਰ ਦੇ ਨਾਲ ਤਾਂ ਨਹੀਂ ਜੋੜਦਾ। ਆਪਾਂ ਸਰੀਰ ਦਾ ਧਿਆਨ ਧਰ ਕੇ ਬਹਿ ਜੀ, ਜਾਂ ਕਿਸੇ ਵਿਸ਼ੇਸ਼ ਅਸਥਾਨ ਦੇ ਨਾਲ ਤਾਂ ਨਹੀਂ ਜੋੜਦਾ ਗਿਆਨ। ਕਿਉਂ? ਅਨੇਕਾਂ ਅਸਥਾਨ ਨੇ ਧਰਤੀ ਦੇ ਉੱਤੇ, ਵੀ ਕਿਸੇ ਵਿਸ਼ੇਸ਼ ਅਸਥਾਨ ਦੇ ਨਾਲ ਤਾਂ ਨਹੀਂ ਜੋੜਦਾ, ਸਾਡੀ ਸੁਰਤ ਉੱਥੇ ਹੀ ਜੁੜ ਜਾਵੇ। ਸੋ ਇਸ ਕਰਕੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਹੜਾ ਗਿਆਨ ਦਾ ਭੋਜਨ ਆ, ਉਹ ਇਹੀ ਹੈ ਵੀ ਜਿਹੜੀ ਸਾਡੀ ਆਤਮਿਕ ਸੂਝ ਆ, ਕਿਤੇ ਇਹ ਨਾ ਖੋ ਜਾਵੇ। ਕਿਉਂਕਿ ਗਿਆਨ ਦੇ ਵਿੱਚ ਅੱਜ ਦੇਖੋ, ਦੁਨੀਆ ਦੇ ਵਿੱਚ ਕਿੰਨਾ ਹੀ ਗਿਆਨ ਦਾ ਵਰਤਾਰਾ ਵਰਤ ਰਿਹਾ ਹੈ। ਟੈਲੀਵਿਜ਼ਨ 'ਤੇ, ਮੋਬਾਇਲ 'ਤੇ ਸਮਾਗਮ ਹੋ ਰਹੇ ਨੇ। ਸੋ ਇਹ ਵਿਸ਼ੇਸ਼ ਤੌਰ 'ਤੇ ਧਿਆਨ ਰੱਖਣ ਯੋਗ ਆ ਵੀ ਜਿਹੜਾ ਗਿਆਨ ਆ, ਇਹ ਸਾਨੂੰ ਸਾਡੇ ਆਪੇ ਤੋਂ ਦੂਰ ਨਾ ਲੈ ਜਾਵੇ, ਕਿਤੇ ਹੋਰ ਨਾ ਗਿਆਨ ਕਮਾਉਂਦੇ ਆਪਾਂ ਕਿਤੇ ਹੋਰ ਹੀ ਚਲੇ ਜਾਈਏ। ਜਿਵੇਂ ਅੱਜ ਕੱਲ੍ਹ ਤੁਸੀਂ ਦੇਖੋ ਵੀ YouTube ਦੇ ਉੱਤੇ ਜਾਂ ਮੋਬਾਇਲ ਦੇ ਉੱਤੇ ਕਿੰਨੇ ਸ਼ਬਦ ਹੁੰਦੇ ਨੇ, ਆਉਂਦੇ ਆ, ਹਰੇਕ ਸ਼ਬਦ ਦੇ ਨਾਲ ਸਾਧ ਸੰਗਤ ਜੀ ਫੋਟੋ ਲਾਤੇ। ਹੁਣ ਦੇਖੋ, ਅਕਾਲ ਤੋਂ ਚੱਲਿਆ ਹੋਇਆ, ਅਕਾਲ ਮੂਰਤ ਤੋਂ ਚੱਲੀ ਹੋਈ ਜਿਹੜੀ ਸੁਰਤ ਹੈ ਸਾਡੀ, ਉਹ ਅੱਜ ਕਿੱਥੇ ਆ ਗਈ? ਅੱਜ ਤਸਵੀਰ ਤੱਕ ਆ ਗਈ। ਕੋਈ ਨਹੀਂ ਕਹਿੰਦਾ ਹੈ ਨਾ ਇਸ ਗੱਲਾਂ ਨੂੰ। ਫਿਰ ਜਿੰਨੇ ਸ਼ਬਦ ਤੁਸੀਂ ਦੇਖੋਗੇ, ਸਾਰੇ ਸ਼ਬਦਾਂ ਦੇ ਨਾਲ ਫੋਟੋਆਂ ਲੱਗੀਆਂ ਨੇ। ਇਹ ਧਿਆਨ ਰੱਖਣਾ ਵੀ ਜਿਹੜਾ ਆਪਾਂ ਮਨ ਦਾ ਭੋਜਨ ਛਕਣਾ ਹੈ, ਗਿਆਨ ਦਾ ਭੋਜਨ, ਇਹ ਸਾਨੂੰ ਕਦੇ ਬਸ ਇੰਨੀ ਗੱਲ ਦਾ ਧਿਆਨ ਰੱਖਣਾ ਵੀ ਆਪਾਂ ਆਪੇ ਤੋਂ ਦੂਰ ਨਾ ਹੋ ਜਾਈਏ। ਜਿਹੜਾ ਸਾਡਾ ਆਪਾ ਹੈ, ਕਿਉਂਕਿ ਆਪ ਸਵਾਰ ਹੈ ਮੈਂ ਮਿਲ ਹੈ, ਅਸੀਂ ਆਪਣੇ ਆਪ ਨੂੰ ਸਵਾਰਨਾ। ਹੋਰ ਨਾ ਅਸੀਂ ਕਿਤੇ ਗਿਆਨ ਸਿੱਖਦੇ ਗਿਆਨ ਕਮਾਉਂਦੇ ਹੋਰ ਹੀ ਪਾਸੇ ਚਲੇ ਜਾਈਏ। ਸੋ ਇਹ ਵਿਸ਼ੇਸ਼ ਤੌਰ ਦੇ ਉੱਤੇ ਸਾਧ ਸੰਗਤ ਜੀ ਦੋ ਗੱਲਾਂ ਦਾ ਧਿਆਨ ਰੱਖਣਾ। ਇੱਕ ਤਾਂ ਜਿਹੜਾ ਭੋਜਨ ਆਪਾਂ ਛਕਦੇ ਹਾਂ, ਇਹਦਾ ਧਿਆਨ ਰੱਖਣਾ ਵੀ ਬਹੁਤੀਆਂ ਤਲੀਆਂ ਚੀਜ਼ਾਂ ਦਾ ਸੇਵਨ ਨਾ ਕਰੋ।
ਬਹੁਤੀਆਂ ਮਠਿਆਈਆਂ ਦਾ ਸੇਵਨ ਨਾ ਕਰੋ। ਜਿਉਂ-ਜਿਉਂ ਇਹ ਗੱਲਾਂ ਵੱਧਦੀਆਂ ਗਈਆਂ, ਆਪਾਂ ਪਹਿਲਾਂ ਵਾਰ-ਵਾਰ, ਕਿਉਂਕਿ ਸਾਡੀ ਗੱਲ ਸਮਝ ਵਿੱਚ, ਤਿਉਂ-ਤਿਉਂ ਹਸਪਤਾਲਾਂ ਦੀ ਜਿਹੜੀ ਗਿਣਤੀ ਹੈ ਉਹ ਵੀ ਵੱਧਦੀ ਗਈ। ਇਹ ਵੀ ਇੱਕ ਮਤਲਬ ਕਿ ਜਿਹੜੇ ਕੁਦਰਤ ਦੇ ਨਾਲ ਪਿਆਰ ਕਰਨ ਵਾਲੇ ਆ ਉਹਨਾਂ ਵਾਸਤੇ, ਉਹਨਾਂ ਦੀ ਸੋਚ ਹੈ ਇਸ ਗੱਲ ਦੀ ਵੀ ਇਹ ਗੱਲ ਨਾ ਹੋਵੇ ਤਾਂ ਚੰਗੀ ਗੱਲ ਹੈ। ਸੋ ਦੂਸਰਾ, ਗਿਆਨ ਕਮਾਉਂਦੇ ਸਮੇਂ, ਮਤਲਬ ਗਿਆਨ ਸਰਵਣ ਕਰਦੇ ਸਮੇਂ, ਗਿਆਨ ਪੜ੍ਹਦੇ ਸਮੇਂ, ਗਿਆਨ ਵਿਚਾਰਦੇ ਸਮੇਂ ਵਿਸ਼ੇਸ਼ ਤੌਰ ਦੇ ਉੱਤੇ ਗੱਲ ਦਾ ਧਿਆਨ ਰੱਖਣਾ ਵੀ ਕਿਤੇ ਅਸੀਂ ਆਪੇ ਤੋਂ ਬਾਹਰ ਨਾ ਚਲੇ ਜਾਏ। ਜਿਹੜੇ ਸਾਡੇ ਅੰਦਰ ਆਤਮਿਕ ਰੌਂ ਚੱਲਦੀ ਹੈ, ਜਿਹੜੇ ਸਾਡੇ ਜੀਵਨ ਦੇ ਵਿੱਚ ਸਦਾ ਚੱਲਦੀ ਹੈ, ਜਿਹੜੀ ਰੌਂ ਚੱਲਦੀ ਹੈ, ਜਿਹੜਾ ਇੱਕ ਅਦ੍ਰਿਸ਼ਟ ਨਾਮ ਚੱਲਦਾ, ਅਸੀਂ ਉਹ ਤੋਂ ਕਿਤੇ ਦੂਰ ਨਾ ਚਲੇ ਜਾਈਏ। ਗਿਆਨ ਆਪਾਂ ਸਰਵਣ ਕਰਨਾ, ਪੜ੍ਹਨਾ ਵੀ ਹੈ। ਰਸਾਲੇ, ਅਖਬਾਰ, ਟੈਲੀਵਿਜ਼ਨਾਂ ਰਾਹੀਂ ਹੋਰ ਪ੍ਰਚਾਰਕ ਕਿੰਨੇ ਲੱਗੇ ਆ ਪ੍ਰਚਾਰ ਕਰਨ ਵਾਸਤੇ। ਵਿਸ਼ੇਸ਼ ਤੌਰ ਦੇ ਉੱਤੇ ਇਹ ਗੱਲ ਦਾ ਧਿਆਨ ਰੱਖਣਾ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੈ ਤਨ ਪੀੜੀਆ, ਮਨ ਮਹਿ ਚਲੇ ਵਿਖਾਰ। ਇੱਕ ਸਰੀਰਕ ਖਾਣਾ ਹੋ ਗਿਆ, ਇੱਕ ਆਤਮਿਕ ਭੋਜਨ ਜਿਹੜਾ ਗਿਆਨ ਹੈ ਉਹ ਸਾਨੂੰ ਕਿਤੇ ਆਪੇ ਤੋਂ ਬਾਹਰ ਨਾ ਲੈ ਜਾਵੇ, ਦੂਰ ਨਾ ਲੈ ਜਾਵੇ। ਸੋ ਇਹ ਗੱਲਾਂ ਦਾ ਸਾਧ ਸੰਗਤ ਜੀ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਵਿੱਚ ਰੱਖਣੀਆਂ ਨੇ ਕਿ ਕਿਤੇ ਆਪਾਂ ਗਿਆਨ ਸੁਣਦੇ ਸੁਣਦੇ, ਕਥਾ ਵਿਚਾਰਾਂ ਜਾਂ ਹੋਰ ਪੜ੍ਹਦੇ ਦੂਰ ਨਾ ਚਲੇ ਜਾਈਏ। ਸੋ ਇਸ ਤਰ੍ਹਾਂ ਹਰ ਰੋਜ਼ ਆਪਾਂ ਕਿਉਂਕਿ ਕੰਮ ਕਾਰ ਕਰਦੇ ਹਾਂ, ਬਾਹਰ ਚਲੇ ਜਾਂਦੇ ਹਾਂ, ਸੁਰਤ ਕਿਤੇ ਦੀ ਕਿਤੇ ਹੁੰਦੀ ਹੈ। ਸੋ ਇਹੀ ਲਾਭ ਹੈ ਗੁਰਮੁਖਾਂ ਨੇ ਜਿਹੜਾ ਉਪਰਾਲਾ ਕੀਤਾ ਵੀ ਅਸੀਂ ਆਪੇ ਦੇ ਨੇੜੇ ਆ ਜਾਈਏ। ਜੇ ਸਾਡੀ ਸੁਰਤ ਦੂਰ ਵੀ ਚਲੀ ਗਈ ਤਾਂ ਆਪਾਂ ਹੌਲੀ ਹੌਲੀ ਜਿਹੜੇ ਆਪੇ ਦੇ ਨੇੜੇ ਹੁੰਦੇ ਜਾਈਏ। ਸੋ ਇੰਨੀ ਕੀ ਬੇਨਤੀ ਅੱਜ ਪ੍ਰਵਾਨ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।